बेटा एक वार ना देश पुट्ठी राह ते तुर पवे ना तो फिर सीधी राह के उत्ते आना बहुत ही मुश्किल। हुण मैं जो सोचदा कि ये किहड़े षड्यंत्र रच रहे हैं उस गेम की गल जिहड़ी कल कीती अज बिल्कुल उहदे ते फोकस रखना कि वो जिहड़ी एग्रीकल्चर एंड फूड सिक्योरिटी नूं टेक ओवर दी गेम है तो उन्होंने हैंड ओवर करना एक दो बंदियां नूं 75 करोड़ बंदियां नूं मार के वो गेम की गल करनी मैं चाचा जी ये ਜਿਹੜੇ ਕਾਨੂੰਨ ਆਏ ਨੇ ਭਾਵੇਂ ਇਹ ਲਾਗੂ ਰਹਿਣ ਜਾਂ ਕਿਸਾਨੀ ਸੰਘਰਸ਼ ਆਪਾਂ ਜ਼ਰੂਰ ਚਾਹੁੰਦੇ ਹਾਂ ਕਾਮਯਾਬ ਹੋਵੇ ਤੇ ਤਿੰਨ ਕਾਨੂੰਨ ਰਿਪੀਲ ਹੋ ਜਾਣ ਇਸ ਗੱਲ ਦੇ ਰਿਗਾਰਡਲੈਸ ਇਹ ਜਿਹੜੀ ਗੇਮ ਹੈ ਇਹ 2014 ਤੋਂ ਇਹਦੀ ਸਵਿਚ ਆਨ ਹੋਈ ਹੈ ਤੇ ਨਿਰੰਤਰ ਚੱਲ ਰਹੀ ਹੈ ਤੇ ਇਹ ਗੇਮ ਨੇ ਚੱਲਦੇ ਰਹਿਣਾ। ਅੱਜ ਆਪਾਂ ਉਸ ਗੇਮ ਨੂੰ समझना चाहना समझाना चाहते बेनकाब करना इनू बेनकाब करना है और बेनकाब ऐसा करना है कि लोगों को पूरी तरह समझ आवे बेटा कि हो की रहा है। जी देश दे एग्रीकल्चर ते फूड सिक्योरिटी जिहड़ा पूरा सिस्टम है ਉਹਦੇ ਧੁਰੀ ਹੈ ਜਿਹੜੀ ਉਹਦਾ ਜਿਹੜਾ ਸੈਂਟਰਲ ਫਿਊਗਲ ਫੋਰਸ ਹੈ ਉਹ ਹੈ ਫੂਡ ਕਾਰਪੋਰੇਸ਼ਨ ਆਫ ਇੰਡੀਆ। मतलब कि जे तुसी ये टेक ओवर करना है ते मारना किनू पऊ FCI मारना पऊ ये गल लोगों को समझो ਜਦੋਂ ਉਹਨੂੰ ਮਾਰਨਗੇ ਤੇ ਨੈਚੁਰਲ ਟੇਕ ਓਵਰ ਕੌਣ ਕਰੂ ਜਿਹਦੀ ਭੂਮਿਕਾ ਬਣੀ ਹੋਈ ਹੈ ਜਿਹਨੂੰ ਸਾਈਲੋ ਦਿੱਤੇ ਹੋਏ ਨੇ ਇਹ ਰਿਟੇਲ ਪਾਵਰ ਦਿੱਤੀ ਹੋਈ ਹੈ। ਹਾਂ ਮਤਲਬ ਮਕਸਦ ਦੇ ਨਾਲ FCI ਨੂੰ ਮਾਰ ਕੇ ਇਸ ਦੇਸ਼ ਦਾ ਇਹ ਸਾਰਾ ਫੂਡ ਸਿਕਿਉਰਿਟੀ ਸਿਸਟਮ ਹੈਂਡਲ ਕੀਤਾ ਹੈ। ਤੇ ਦੇਖੋ ਤੁਸੀਂ ਆਪਾਂ FCI ਦੇ ਜੇ ਕੰਮ ਦੇਖੀਏ FCI ਕਰਦੀ ਕੀ पहली चीज FCI करती है प्रोक्योरमेंट MSP तो प्रोक्योरमेंट करती है मंडियां जाकर मेंटेन करती है ट्रांसपोर्ट करती है स्टोर करती है। तीसरा बहुत जरूरी काम बफर स्टॉक कि देश के अंदर कोई आपदा आ जाए कोई मुश्किल समा आ जाए कोरोना वायरस आया कि देश के अंदर एक बफर स्टॉक पई रहे देश की फूड सिक्योरिटी दी कस्टोडियन बेटा ये तो बहुत बड़ी गल की। देखो ऐतकी कोरोना वायरस आया कोरोना वायरस दे विच फ्री अनाज वंडिया सरकार ने उस तो बाद भी बफर स्टॉक हजे भी पे है बफर स्टॉक तो ऊपर पे है कुशन है वो शॉक अब्जॉर्बर है कि जे माड़ा वक्त आ गया तो असी प्रिपेयर्ड हाँ। ते चौथी चीज जी FCI बहुत जरूरी काम करती है वो पब्लिक डिस्ट्रीब्यूशन सिस्टम विच 80 करोड़ लोगों को बिल्कुल कि 20 रुपये का अनाज लिता ते गरीब नूं 3 रुपये नूं प्रोवाइड कीता। ਇਹਦਾ मतलब है सर्विस प्रोवाइडर है। बिल्कुल इंडियन आर्मी दे वांग पुलिस दे वांग एक DC दफ्तर दे वांग एक सर्विस प्रोवाइडर है। ਇਹ ਕੋਈ ਪ੍ਰੋਫਿਟ ਮੇਕਿੰਗ ਕੰਪਨੀ ਨਹੀਂ ਹੈ ਜਿਹੜਾ ਆਪ ਦਾ ਪੈਸਾ ਆਪ ਕਮਾ ਲੂਗੀ। ਜੇ ਤੁਸੀਂ 20 ਰੁਪਏ ਦੀ ਚੀਜ਼ ਲੈ ਕੇ 3 ਰੁਪਏ ਦੀ ਵੇਚਣੀ ਹੈ ਉਹਨੂੰ ਮੇਨਟੇਨ ਵੀ ਕਰਨਾ ਹੈ ਸਟੋਰ ਵੀ ਕਰਨਾ ਹੈ ਟਰਾਂਸਪੋਰਟ ਵੀ ਕਰਨਾ ਹੈ ਤੇ ਦੇਸ਼ ਦੀ ਬਫਰ ਸਟਾਕ ਵੀ ਰੱਖਣੀ ਹੈ। ਜੇ ਤੁਸੀਂ ਇਹ ਸਾਰੀ ਸਰਵਿਸ ਦੇਣੀ ਹੈ ਤੇ ਤੁਸੀਂ ਇੱਕ ਸਰਵਿਸ ਪ੍ਰੋਵਾਈਡਰ ਹੋ ਤੁਹਾਡੀ ਆਪਦੀ ਦਾ ਕੋਈ ਇਨਕਮ ਨਹੀਂ ਹੋ ਸਕਦੀ। ਬਿਲਕੁਲ ਬਿਲਕੁਲ ਤੇ ਇੱਕ ਸਰਵਿਸ ਪ੍ਰੋਵਾਈਡਰ ਕਿਵੇਂ ਕੰਮ ਕਰਦਾ ਜੇ ਸੈਂਟਰ ਗਵਰਨਮੈਂਟ ਆਪਣੇ ਬਜਟ ਵਿੱਚੋਂ ਇੱਕ ਬਜਟ ਅਲਾਟ ਕਰਦੀ ਹੈ ਇਹ ਹਰ ਸਾਲ ਵੀ ਤੁਹਾਡਾ ਇਹ ਸਾਰਾ ਖਰਚਾ ਉਹ ਆਪੇ ਸਕਦਾ ਉਹਦਾ ਕੈਸ਼ ਫਲੋ ਹੈ ਹੀ ਨਹੀਂ ਉਹਦਾ ਕੈਸ਼ ਫਲੋ ਹੈ ਹੀ ਨਹੀਂ ਉਹਦੀ ਆਪਣੀ ਇਨਕਮ ਹੈ ਨਹੀਂ। ਬਿਲਕੁਲ ਠੀਕ ਹੈ। ਹੁਣ ਜੇ ਆਪਾਂ ਉਸ ਨੂੰ ਮਾਰਨ ਦਾ ਤਰੀਕਾ ਦੇਖੀਏ ਤੇ ਪਹਿਲਾ ਤਰੀਕਾ FCI ਨੂੰ ਖਤਮ ਕਰਨ ਦਾ ਹੈ ਫਾਈਨੈਂਸ਼ੀਅਲ ਕਿ ਫਾਈਨੈਂਸ਼ੀਅਲੀ ਉਸ ਨੂੰ ਕਿਸ ਤਰ੍ਹਾਂ ਮਾਰੇਗਾ। 1965 ਚ FCI ਬਣ ਗਈ 1965 ਤੋਂ 2014 ਤੱਕ FCI ਦੇ ਸਿਰ ਕੁੱਲ ਕਰਜ਼ 91,000 ਕਰੋੜ ਹੈ 91,000 ਕਰੋੜ ਠੀਕ ਹੈ ਜੀ। 2014 ਤੋਂ 2020 31 ਅਕਤੂਬਰ 2020 4 ਲੱਖ ਕਰੋੜ 5 ਸਾਲਾਂ ਚ 3 ਗੁਣਾ ਹੋ ਗਿਆ। लेकिन ये इंटेंशनली कीता गया ਇੰਟੈਂਸ਼ਨਲੀ ये डेलिबरेट मैकेनिज्म नाल कीता गया। ਜਦੋਂ ਇਹ ਤੁਸੀਂ ਪ੍ਰੂਵ ਕਰੋਗੇ ਨਾ ਲੋਕਾਂ ਨੂੰ ਫਿਰ ਇਹ ਸਮਝ ਆ ਜੂ ਲੋਕਾਂ ਨੂੰ ਵੀ ਇਹ ਜਿਹੜੀ ਗੇਮ ਹਰ ਪਾਸੇ ਚੱਲ ਰਹੀ ਹੈ ਉਹ ਇਹ ਹੈ ਕਿ ਸਰਕਾਰੀ ਅਦਾਰਾ ਮਾਰੋ ਸਰਕਾਰੀ ਖਜ਼ਾਨਾ ਉਹਨੂੰ ਮਾਰੋ ਉਹਦੇ ਚੋਂ ਚੀਜ਼ ਕੱਢੋ ਤੇ ਉਹ ਆਪਣੇ ਚਹੀਤਿਆਂ ਦੇ ਅੰਬਾਨੀ ਅਡਾਨੀ ਦੇ ਹਿੱਸੇ 'ਚ ਪਾਓ। ਇਹ ਵੇਖੋ ਤੁਸੀਂ ਕਿਸਾਨ ਸਟੇਟ ਮੇਰੇ ਹਿਸਾਬ ਦੇ ਨਾਲ ਇਹਦੇ 'ਚ 3 ਚੀਜ਼ਾਂ ਆ ਜਾਂਦੀਆਂ ਨੇ ਕਿਸਾਨ ਸਟੇਟ ਤੇ ਕੰਜ਼ੂਮਰ ਜਿਹੜਾ ਦੇਸ਼ ਦਾ ਹਰ ਆਦਮੀ ਕੋਈ ਰੋਟੀ ਸਭ ਨੇ ਖਾਣੀ ਬਿਲਕੁਲ ਉਹਨੂੰ ਮਾਰਿਆ ਜਾ ਰਿਹਾ। ਹੁਣ ਆਪਾਂ ਜਿਹਨੂੰ ਦੇਖੀਏ ਇਹਦਾ ਮਾਡਲ ਕੀ ਹੈ ਜੇ ਤੁਸੀਂ 2014 ਤੋਂ ਪਹਿਲਾਂ ਦੇਖੋ ਜਿਹੜਾ ਸਰਕਾਰ ਬਜਟ ਐਲੋਕੇਟ ਕਰਦੀ ਸੀ FCI ਨੂੰ ਸਰਕਾਰ ਕਦੇ ਉਹਦਾ 120% ਦੇ ਦਿੰਦੀ ਸੀ। ਮੈਨੂੰ ਪਤਾ ਸਰਦਾਰ ਮਨਮੋਹਨ ਸਿੰਘ ਨੇ ਜਿੰਨਾ ਐਲੋਕੇਟ ਕੀਤਾ ਜੇ 1 ਲੱਖ ਕਰੋੜ ਐਲੋਕੇਟ ਕੀਤਾ ਤੇ ਕਦੇ 1 ਲੱਖ 10 ਦਿੱਤਾ ਕਦੇ 1 ਲੱਖ 15 ਦਿੱਤਾ ਤੇ ਕਦੇ 1 ਲੱਖ 20 ਦਿੱਤਾ 5-10% ਐਕਸਟਰਾ ਹੀ ਐਲੋਕੇਟ ਕਰਦਾ ਗਿਆ। ਇਹਦਾ ਮਤਲਬ ਝੰਡੇ 'ਚ ਡੰਡਾ ਲਾ ਕੇ ਰੱਖਿਆ। ਇਹ ਆਏ ਐਲੋਕੇਸ਼ਨ ਜਿੰਨੀ ਹੈ ਜਿਵੇਂ ਐਲੋਕੇਸ਼ਨ ਇਹਨਾਂ ਨੇ ਕੀਤੀ ਫੂਡ ਸਿਕਿਉਰਿਟੀ ਨੂੰ 1,84,000 ਤੇ ਦਿੱਤਾ ਕਿ ਨਾ 1,08,000 ਕਰੋੜ ਉਹਦੇ ਵਿੱਚੋਂ 1,51,000 ਕਰੋੜ ਰੁਪਈਆ
ਇਹ FCA ਦਾ ਸੀਗਾ, ਦਿੱਤਾ ਕਿੰਨਾ 75,000 ਕਰੋੜ। ਮਰਨੀ ਉਹ ਹੈ ਜਿਹੜੇ ਸਰਕਾਰੀ ਅਦਾਰੇ ਦਾ ਸਟੈਚੂਟਰੀ ਬਾਡੀ ਦਾ ਆਪਦਾ ਕੋਈ ਕੈਸ਼ ਫਲੋ ਨਹੀਂ, ਆਪਦੀ ਕੋਈ ਕਮਾਈ ਨਹੀਂ, ਜੇ ਤੁਸੀਂ ਉਹਨੂੰ ਇਹ ਕਹੋਗੇ 75,000 ਕਰੋੜ ਘੱਟ ਦੇ ਰਹੇ ਆ ਤੈਨੂੰ ਤੇ ਤੂੰ ਕਰਜ਼ੇ ਲੈ ਉਹਨੇ ਮਰ ਰਹੀ ਹੈ। ਮਰ ਰਹੇ ਦੇਖੋ ਸਰਕਾਰ ਨੇ ਜੇ ਤੁਸੀਂ 2014 ਤੋਂ ਬਾਅਦ ਦੇਖੋ, ਜਿਵੇਂ ਤੁਸੀਂ ਪਹਿਲਾਂ ਕਿਹਾ ਕਿ 120 ਕਦੇ 115 ਕਦੇ 8, ਜੇ ਤੁਸੀਂ 14 ਤੋਂ ਬਾਅਦ ਦੇਖੋ ਕੀ ਹੋਣ ਲੱਗ ਗਿਆ, ਕਦੇ 80% ਐਲੋਕੇਸ਼ਨ ਦਾ, ਕਦੇ 69% ਐਲੋਕੇਸ਼ਨ ਦਾ, ਕਦੇ 60% ਐਲੋਕੇਸ਼ਨ ਦਾ। ਜਿਹੜਾ ਤੁਸੀਂ ਆ 1,84,000 ਤੇ 1,08,000 ਐਗਜ਼ਾਮਪਲ ਦਿੱਤਾ ਹੈ ਪਿਛਲੇ ਸਾਲ 2019 ਦਾ, ਇਹਨਾਂ ਨੇ 59% ਦਿੱਤਾ, ਮਤਲਬ 41% ਪੈਸਾ ਨਹੀਂ ਦਿੱਤਾ। ਜੋ ਤੁਸੀਂ ਐਲੋਕੇਟ ਕਰਕੇ 41% ਪੈਸਾ ਨਹੀਂ ਦੋਗੇ, ਮਰਨਾ ਹੀ ਉਹਨੇ ਮਰਨਾ ਹੀ, ਜਾਣਬੁੱਝ ਕੇ ਮਾਰ ਰਹੇ। ਉਹ ਕੀ ਕਰਦੀ ਹੈ, ਉਹ ਕਰਜ਼ ਲੈਂਦੀ, ਕਰਜ਼ਾ ਪੁੱਤਰਾ, ਵੀ ਇਹ ਕਰਜ਼ਾ ਜਿਹੜਾ ਹੈ ਨਾ, ਇਹਦੇ 'ਚ ਵੀ ਇਹਨਾਂ ਨੇ ਬਹੁਤ ਡੂੰਘੀ ਗੇਮ ਰੱਖ ਰੱਖੀ ਹੈ। ਇਹ ਕਰਜ਼ਾ ਵੀ ਇਹਨਾਂ ਨੇ ਜਾਣਬੁੱਝ ਕੇ ਇਹੋ ਜਿਹੀ ਥਾਂ ਤੋਂ ਦਵਾਇਆ ਜਿਹਦੇ ਰੇਟ ਆਫ ਇੰਟਰਸਟ ਬਹੁਤ ਉੱਚੇ ਹੈ, ਔਰ ਉਹ ਗਰੀਬਾਂ ਦਾ ਪੈਸਾ ਹੈ। ਗਰੀਬਾਂ ਦਾ ਪੈਸਾ, NSSF ਨੈਸ਼ਨਲ ਸਮਾਲ ਸੇਵਿੰਗ ਫੰਡ। ਕੀ ਹੈ ਉਹ? ਦੇਖੋ, ਕਿਸਾਨ ਵਿਕਾਸ ਪੱਤਰ, ਠੀਕ ਹੈ, ਪੋਸਟ ਆਫਿਸ ਵਾਲੇ ਜਿਹੜੇ ਛੋਟੇ ਛੋਟੇ ਸੇਵਿੰਗ ਉਹਨੂੰ ਦੇਦੀਆਂ 500 ਕੇ ਦਾ, 1000 ਕੇ ਦਾ, ਪ੍ਰੋਵੀਡੈਂਟ ਫੰਡ ਮਿਡਲ ਕਲਾਸ ਆਦਮੀ ਦਾ, ਠੀਕ ਹੈ, ਨੈਸ਼ਨਲ ਸੇਵਿੰਗ ਫੰਡ, ਇਹੀ ਨੇ। ਨੈਸ਼ਨਲ ਸਮਾਲ ਸੇਵਿੰਗ ਸਰਟੀਫਿਕੇਟ, ਬਿਲਕੁਲ ਉਹ ਰਿਸਕ 'ਚ ਆ ਗਿਆ। ਬਿਲਕੁਲ। ਔਰ ਉਸ ਦੇ ਇਲਾਵਾ ਜਦੋਂ ਉਹਨੂੰ ਰਿਸਕ ਦੇ ਵਿੱਚ ਪਾਉਂਦੇ ਹੋ ਤੁਸੀਂ ਗਰੀਬ ਆਦਮੀ ਦੇ ਪੈਸੇ ਨੂੰ, ਇਹਦੇ ਨਾਲ ਨਾਲ ਹਾਈ ਰੇਟ ਆਫ ਇੰਟਰਸਟ ਦੇ ਉੱਤੇ ਦੇ ਕੇ ਇਹ ਇਨਸ਼ੋਰ ਕੀਤਾ ਵੀ ਇਹ ਤੇਜ਼ੀ ਨਾਲ ਮਰੇ। ਬਿਲਕੁਲ। ਇਹ ਮਤਲਬ ਜਾਣ ਬੁੱਝ ਕੇ ਇੰਟੈਂਸ਼ਨਲੀ ਡੈਲੀਬਰੇਟ ਮੈਕੈਨਿਜ਼ਮ ਦੇ ਨਾਲ ਮਰਿਆ ਗਿਆ। ਮੰਨਦਾ ਇਸ ਗੱਲ ਨੂੰ? ਨੈਸ਼ਨਲ ਸਮਾਲ ਸੇਵਿੰਗ ਫੰਡ ਦਾ ਪੈਸਾ ਪਹਿਲਾਂ ਇਸ ਤਰ੍ਹਾਂ ਦੀ PSUs ਨੂੰ ਨਹੀਂ ਦਿੱਤਾ ਜਾਂਦਾ ਸੀ। ਸਟੇਟਾਂ ਨੇ ਨਾ ਕੀਤੀ ਹੈ। ਸਟੇਟਾਂ ਨੇ ਨਾ ਕੀਤੀ ਹੈ ਕਿਉਂਕਿ ਉਹ ਹਾਇਰ ਰੇਟ ਆਫ ਇੰਟਰਸਟ ਹੈ 2015 ਤੋਂ। 14 ਫਾਈਨੈਂਸ਼ੀਅਲ ਕਮਿਸ਼ਨ ਹੈ ਜਿਹਦੀ ਰਿਪੋਰਟ ਜਨਵਰੀ 2015 ਐਕਸੈਪਟ ਕੀਤੀ ਗਈ। ਉਹਨੇ ਬੋਲਿਆ ਕਿ ਦੇਸ਼ ਦੇ ਅਲੱਗ-ਅਲੱਗ ਸੂਬੇ ਜ਼ਿਆਦਾ ਕਰਜ਼ ਥੱਲੇ ਆ ਰਹੇ ਹਨ, ਜ਼ਿਆਦਾ ਜਲਦੀ ਕਰਜ਼ ਥੱਲੇ ਆ ਰਹੇ ਹਨ, ਇਸ ਲਈ ਇਹਨਾਂ ਨੂੰ ਮਦਦ ਕਿਵੇਂ ਕੀਤੀ ਜਾਏ। ਤਾਂ ਉਹਨੇ ਦੇਖਿਆ ਕਿ ਨੈਸ਼ਨਲ ਸਮਾਲ ਸੇਵਿੰਗ ਫੰਡ ਤੋਂ ਪੈਸੇ ਲੈਂਦੇ ਨੇ। ਡਾਇਰੈਕਸ਼ਨ ਦਿੱਤੀ ਵੀ ਨਾ ਲਓ, ਤੁਸੀਂ ਮਾਰਕੀਟ ਤੋਂ ਲੈ ਲਓ। ਜੇ ਤੁਸੀਂ ਬੈਂਕ 'ਚ ਪੈਸਾ ਜਮ੍ਹਾਂ ਕਰਾਉਂਦੇ ਹੋ, ਉਹ 5-6% ਤੇ ਕਰਾਉਂਦੇ ਹੋ, 8% ਤੇ ਕਰਾਉਂਦੇ ਹੋ, ਬੈਂਕ ਤੁਹਾਨੂੰ ਉਹ 10 ਤੇ ਦੇ ਦੂਗਾ, 9 ਤੇ 8 ਤੇ। ਪਰ ਫਾਈਨਾਂਸ ਮਿਨਿਸਟਰ ਨੇ ਕੀ ਕੀਤਾ ਕਿ ਉਹਨੇ ਇਹ ਗਰੀਬਾਂ ਦੀ ਸੇਵਿੰਗਸ ਦਾ ਪੈਸਾ ਐਟ ਰਿਸਕ ਪਾ ਕੇ ਪਬਲਿਕ ਸੈਕਟਰ ਅੰਡਰਟੇਕਿੰਗ ਦੇਣਾ ਸਟਾਰਟ ਕਰਤਾ, ਜੋ ਕਿ 2014 ਤੋਂ ਬਾਅਦ ਇੱਕ ਤਾਂ 500 ਗੁਣਾ ਵੱਧ ਗਿਆ PSU ਨੂੰ ਦੇਣਾ। ਉਹਦੇ ਵਿੱਚ 에ਅਰ ਇੰਡੀਆ ਵਰਗੀਆਂ ਤੇ FCA ਵਰਗੀਆਂ ਆਰਗੇਨਾਈਜੇਸ਼ਨ ਨੇ, 에ਅਰ ਇੰਡੀਆ ਜੋ ਡੁੱਬ ਰਹੀ ਹੈ, FCA ਜੋ ਖੁਦ ਕੁਝ ਕਮਾਈ ਨਹੀਂ ਸਕਦੀ। ਸਰਦਾਰ ਮਨਮੋਹਨ ਸਿੰਘ ਕਰਦਾ ਹੁੰਦਾ ਸੀ ਵੇਜ਼ ਐਂਡ ਐਡਵਾਂਸਸ ਦੇ ਵਿੱਚ 31 ਮਾਰਚ ਤੱਕ ਪੈਸੇ ਪੂਰੇ ਕਰ ਦਿੰਦਾ ਹੁੰਦਾ ਸੀ। ਬਿਲਕੁਲ। ਇਹ ਕਹਿੰਦੇ ਸੀ ਕਿ FCI ਨੂੰ ਜੋ ਪੈਸੇ ਦੇਣੇ ਤੁਹਾਨੂੰ ਲੋਡ ਕਰਤੇ ਵੀ 31 ਮਾਰਚ ਤੱਕ ਤੁਹਾਨੂੰ ਪੂਰੇ ਕਰ ਦੇਣਗੇ। ਪੂਰੇ ਕਰ ਬਿਲਕੁਲ। ਤਾਂ ਹੀ FCI ਕਰਜ਼ਾਈ ਨਹੀਂ ਹੋਈ, ਤਾਂ ਹੀ ਦੇਸ਼ ਦਾ ਫੂਡ ਸਿਕਿਉਰਿਟੀ ਸੇਫ ਸੀ, ਐਗਰੀਕਲਚਰ ਸੇਫ ਸੀ। ਇਹਨਾਂ ਨੇ ਤਾਂ ਜਿਹੜਾ ਪੈਸਾ ਐਲੋਕੇਟ ਵੀ ਕੀਤਾ ਉਹਦੇ ਵਿੱਚੋਂ ਵੀ 20% ਦਿੱਤਾ ਨਹੀਂ, ਉਹ ਵੀ ਕਹੀ ਗਏ ਕਰਜ਼ਾ ਲਓ। ਇਹ ਦੇਸ਼ ਦਾ ਵੀ ਇਹੀ ਹਾਲ ਕੀਤਾ। ਪਹਿਲਾਂ ਇਸ ਦੇਸ਼ ਦੇ ਉੱਤੇ ਇੱਕ ਸਾਲ ਦੇ ਵਿੱਚ 74,000 ਕਰੋੜ ਰੁਪਈਆ ਕਰਜ਼ਾ ਚੜ੍ਹਦਾ ਹੁੰਦਾ ਸੀ। ਇਹ ਆਏ 7 ਲੱਖ ਤੋਂ ਉੱਤੇ ਕਰਜ਼ਾ ਇੱਕ ਸਾਲ ਦੇ ਵਿੱਚ। ਪਹਿਲਾਂ ਮਹੀਨੇ ਦੇ ਵਿੱਚ 6,000 ਕਰੋੜ ਚੜ੍ਹਦਾ ਹੁੰਦਾ ਸੀ, ਇਹ ਆਏ 60,000 ਕਰੋੜ। ਜਿਸ ਤਰ੍ਹਾਂ ਚਾਚਾ ਜੀ ਇਹਨਾਂ ਨੇ ਦੇਸ਼ ਮਾਰਿਆ, ਉਸੇ ਤਰ੍ਹਾਂ ਉਹਦਾ ਛੋਟਾ ਐਗਜ਼ਾਮਪਲ ਇਹ FCI ਮਾਰਨ ਦਾ ਐਗਜ਼ਾਮਪਲ ਹੈ ਕਿ ਇਸ ਤਰ੍ਹਾਂ ਇਹ FCI ਨੂੰ ਮਾਰ ਰਹੇ ਨੇ ਮਕਸਦ ਨਾਲ ਇੱਕ ਬੰਨੇ ਪਰਪਸ ਨਾਲ ਮਾਰ ਰਹੇ ਨੇ ਕਿ ਦੋ ਪੂੰਜੀਪਤੀਆਂ ਨੂੰ ਪੂਰੇ ਦੇਸ਼ ਦੀ ਇਕਨੋਮੀ ਹੈਂਡਓਵਰ ਕੇ ਕਰਨੀ। ਜੇ ਆਪਾਂ ਇਸ ਨੂੰ ਇਕਨੋਮਿਕ ਤੋਂ ਹਟ ਕੇ ਹੁਣ ਇੱਕ ਵੱਡੀ ਚੀਜ਼ ਕੋਈ FCI ਇੱਕ ਬਹੁਤ ਵੱਡੀ ਆਰਗੇਨਾਈਜੇਸ਼ਨ ਹੈ, ਉਹਦੇ ਬਹੁਤ ਵੱਡੇ ਐਡਮਿਨਿਸਟ੍ਰੇਸ਼ਨ, ਮੈਨੇਜਮੈਂਟ, ਲੌਜਿਸਟਿਕ ਸਿਸਟਮ ਨੇ ਪੂਰੇ ਦੇਸ਼ ਭਰ ਅੰਦਰ, ਸਟੋਰੇਜ, ਮੇਨਟੇਨੈਂਸ, ਟਰਾਂਸਪੋਰਟ, ਬਹੁਤ ਵੱਡਾ ਕਾਰੋਬਾਰ ਹੈ। ਇਹਨਾਂ ਨੇ ਉਹਨੂੰ ਨੀਚੋਂ ਖੋਖਲਾ ਕਰ ਉਹ ਸਾਰਾ ਕੁਝ ਜੋ ਚੰਗਾ ਸੀ ਅਡਾਨੀ ਨੂੰ ਦੇਣਾ ਸਟਾਰਟ ਕਰਤਾ। ਅੱਜ ਦੇ ਟਾਈਮ ਦੇਸ਼ ਦੇ ਅੰਦਰ 5,75,000 ਮੈਟ੍ਰਿਕ ਟਨ ਸੈਲੋ ਹੋਲਡਿੰਗ ਕੈਪੈਸਿਟੀ ਅਡਾਨੀ ਦੀ ਸਿਰਫ ਪੰਜਾਬ, ਹਰਿਆਣਾ, ਵੈਸਟ ਬੰਗਾਲ, ਮਹਾਰਾਸ਼ਟਰ, ਕਰਨਾਟਕਾ ਤੇ ਤਾਮਿਲਨਾਡੂ ਚ ਹੈ। ਤੇ 3 ਲੱਖ ਕਰੋੜ ਉੱਥੇ 3 ਲੱਖ ਕਰੋੜ ਮੱਧ ਪ੍ਰਦੇਸ਼ ਹੈ ਮੈਟ੍ਰਿਕ ਟਨ ਦੀ, ਮਤਲਬ 8,75,000 ਕਰੋੜ ਉਹ ਸੈਲੋ ਬਣਾਈ ਬੈਠਾ ਹੈ। ਕਿੱਥੇ ਬਣਾਈ ਬੈਠਾ? FCI ਦੀ ਸਰਕਾਰੀ ਜ਼ਮੀਨ 30 ਸਾਲ ਦਾ ਕੰਟਰੈਕਟ FCI ਤੋਂ ਲੈ ਕੇ 5% ਜੇ ਸਟੋਰੇਜ ਕਰੇਗਾ ਤੇ ਤੈਨੂੰ 100% ਦਾ ਪੈਸਾ ਦੇਾਂਗੇ। ਦੇਖੋ ਮਤਲਬ 70 ਕਰੋੜ ਗਰੀਬ ਬੰਦੇ ਨੂੰ, ਕਿਸਾਨ ਨੂੰ ਤੁਸੀਂ ਉਹਦੀ ਮਿਨੀਮਮ ਸਪੋਰਟ ਪ੍ਰਾਈਸ ਨਹੀਂ ਦਿਓਗੇ, ਔਰ ਤੁਸੀਂ ਅਡਾਨੀ ਨੂੰ 5% ਜਮ੍ਹਾਂ ਕਰਨ ਦੀ ਥਾਂ ਦੇ ਕੇ ਕਹੋਗੇ ਕਿ 100 ਜਿਹੜੀ 95 ਖਾਲੀ ਪਈ ਹੈ ਉਹਦੇ ਵੀ ਪੈਸੇ ਤੂੰ ਲੈ ਮਿੱਤਰਾ। ਫਿਰ ਇਨਫਲੇਸ਼ਨ ਦੇ ਨਾਲ ਉਹਦੇ ਰੈਂਟ ਪੂਰੀ ਤਰ੍ਹਾਂ ਕਨੈਕਟ ਕਰਤੇ ਕਿ ਜੇ ਮਹਿੰਗਾਈ ਵੱਧਦੀ ਹੈ, ਜਿਉਂ-ਜਿਉਂ ਮਹਿੰਗਾਈ ਵਧੂਗੀ ਉਦਾਂ ਹੀ ਉਦਾਂ ਤੈਨੂੰ ਰੈਂਟ। ਮਤਲਬ ਸਰਕਾਰੀ ਜ਼ਮੀਨ, ਸਰਕਾਰੀ ਅਦਾਰਾ, ਉਹਦੇ ਉੱਤੇ ਸਾਈਲੋ ਇਹਦੇ, ਫਿਰ 6-6 7-7 ਟ੍ਰੇਨਾਂ ਦੇ 7 ਟ੍ਰੇਨਾਂ ਲਾਤੀਆਂ ਉਹਨੂੰ ਸੈਲੋ ਨੂੰ ਸਿੱਧੀ। ਹਾਂ ਠੀਕ ਹੈ, ਉਹ ਫੈਸਿਲਿਟੇਸ਼ਨ 28 ਸਟੋਰੇਜ ਸੈਂਟਰ ਨੇ 10 ਸਟੇਟਾਂ 'ਚ ਇਨਫਰਾਸਟ੍ਰਕਚਰ ਦੇਤਾ। ਮਤਲਬ ਲੋਕਾਂ ਦੀ ਸਰਕਾਰ ਹੁੰਦੀ ਹੈ ਲੋਕਾਂ ਦੇ ਵਾਸਤੇ। ਇਹਨਾਂ ਨੇ ਲੋਕਾਂ ਦੀ ਸਰਕਾਰ ਦੋ ਬੰਦਿਆਂ ਦੇ ਵਾਸਤੇ ਮਤਲਬ ਰਫਾ ਦਫਾ ਕੀਤੇ ਪੈਸੇ ਔਰ ਆਪਣੀਆਂ ਜੇਬਾਂ 'ਚ ਪਾਏ, ਆਪਣੇ ਪਰਪਸ ਦੇ ਲਈ, ਇਲੈਕਸ਼ਨਾਂ ਨੂੰ ਲੜਨ ਦੇ ਲਈ ਯੂਜ਼ ਕੀਤੇ।
ਮੀਡੀਆ ਕੰਟਰੋਲ ਕਰਨ ਲਈ ਯੂਜ਼ ਕੀਤੇ 70% ਮੀਡੀਆ ਅੱਜ ਇਹਨਾਂ ਦੇ ਕੰਟਰੋਲ 'ਚ। ਬਿਲਕੁਲ